अस्सलामुअलैकुम जी भाई बूटा जी। वालेकुम सलाम जी भाईजान। भाईजान की हाल है, ठीक हो जी? शुक्र है अल्लाह पाक दा भाईजान। घर बाहर रही है जी अल्हम्दुलिल्लाह। भाजी केड़ा इलाका है अपना? आरफ वाला जी। आरफ वाला केड़ा चक जे? 18 डोगरा वाला जी, तहसील आरफ वाला, जिला पाकपतन जी। अच्छा भाईजान, मैं दो तीन ना सिर्फ ना तुहाडे को गल्लां पुछना चाहना वा जी वीर। जे तुसी मेहरबानी करके तो उन्हां दा सही जवाब दिओ ते ठीक है। ते ये गल जिहड़ी है ना, हो सकदा जेड़ा जेड़ा भरा सुने दा ना मझां खरीदण वाला जी वीर, ओहदे वास्ते बड़ी बेहतरी ते बड़ा ओनू सानी दा मूंह वेखना पवेगा इस गल तो। ठीक हो गया सुनो वीर। भाईजान जेड़ा पहली वारी तुहाडे इलाके च आउंदा मझां खरीदण जी वीर, जेड़े साडे भरा ओ व्यापारी ने सारे, हाँ जी, इन्हां ने मझां उन्हां नूं खरीद के देंदे ने। हाँ जी, इन्हां मझां पहले ही खरीदियां हुंदियां ने ते नाल खड़ के उन्हां नूं वहा लैंदे ने जी, ते उन्हां नूं वेच लैंदे ने उन्हां अगे जी। ओहदा कोई मैनूं गल दसो हां किस तरह बच सकदे ने ओ वीर जी? ਜਿਹੜੀਆਂ ਪਹਿਲੇ ਉਹਨਾਂ ਨੇ ਖਰੀਦ ਕੇ ਵਧੀਆਂ ਹੁੰਦੀਆਂ ਨਾ ਜੀ, ਉਹਨਾਂ ਦੇ ਮੁਤਲਕ ਤੁਹਾਨੂੰ ਕੋਈ ਪਤਾ ਨਹੀਂ ਹੁੰਦਾ ਵੀ ਇਹ ਕਿਹੜੀ ਜਗ੍ਹਾ ਤੋਂ ਮਾਲ ਲੈ ਕੇ ਆਏ ਆ, ਕਿੱਥੋਂ ਲੈ ਕੇ ਆਏ ਆ। ਤੁਹਾਨੂੰ ਤਾਂ ਉਦੋਂ ਹੀ ਪਤਾ ਲੱਗੇਗਾ ਕਿ ਜਦੋਂ ਤੁਸੀਂ ਕਿਸੇ ਜ਼ਿਮੀਂਦਾਰ ਦੇ ਕੋਲੇ ਜਾਓਗੇ, ਜ਼ਿਮੀਂਦਾਰ ਕੋਲੋਂ ਤੁਹਾਨੂੰ ਕੋਈ ਭਰਾ ਮਾਲ ਲੈ ਕੇ ਦੇਗਾ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਉਹ ਸਾਡੇ ਇਲਾਕੇ ਦੀ ਮੱਝ ਹੈ। ਭਾਈਜਾਨ ਇਹ ਨਹੀਂ ਮੈਂ ਗੱਲ ਕੀਤੀ ਜੀ। ਜੇ ਉਹ ਵਪਾਰੀਆਂ ਨੇ ਆ 3 ਵਾਰੀ ਮੇਰੇ ਨਾਲ ਵੀ ਕੰਮ ਹੋਇਆ ਜੀ, ਜਦੋਂ ਮੈਂ ਨਵਾਂ ਗਿਆ ਹਾਂ ਜੀ, ਠੀਕ ਹੈ। ਉਹਨਾਂ ਬੰਨੀਆਂ ਹੀ ਜ਼ਿਮੀਂਦਾਰਾਂ ਕੋਲ ਹੁੰਦੀਆਂ ਨੇ ਲੈ ਕੇ, ठीक है। ठीक हो गया। ਉਹਦੇ ਤੋਂ ਬਚਣ ਵਾਸਤੇ ਅਸੀਂ ਕੀ ਤਰੀਕਾ ਕਰ ਸਕਨੇ ਆ? ਕੋਈ ਹੱਲ ਹੈ? ਉਹਦਾ ਹੱਲ ਇਹ ਹੈ ਵੀ ਤੁਸੀਂ ਖੁਦ ਹੀ ਜਿਹੜਾ ਵਾ ਆਪਣੀ ਇੱਕ ਫੀਲਡ ਬਣਾਓ, ਆਪਣਾ ਇੱਕ ਦੋਸਤ ਬਣਾਓ, ਕੋਈ ਆਪਣਾ ਰਿਸ਼ਤੇਦਾਰ ਬਣਾਓ ਕਿ ਜਿੰਦੀ ਵਜ੍ਹਾ ਨਾਲ ਤੁਸੀਂ ਜ਼ਿਮੀਂਦਾਰ ਦੇ ਬੂਹੇ ਤੇ ਖੁਦ ਹੀ ਜਾ ਸਕੋ, ਵਪਾਰੀਆਂ ਤੋਂ ਬਚ ਸਕੋ। ਵਪਾਰੀਆਂ ਤੋਂ ਬਚ ਸਕੋ। ਜਿਹੜੇ ਵਪਾਰੀ ਨਾਲ ਲੈ ਕੇ ਤੁਰਦੇ ਨੇ, ਹੁਣ ਸਾਡੇ ਕੋਲ ਲੈਂਦੇ ਨੇ ਉੱਥੇ 5000 ਰੁਪਇਆ ਮੱਝ ਦਾ ਇੱਕ ਦਾ ਜੀ, ਠੀਕ ਹੈ। ਇਹ ਗੱਲ ਹਕੀਕਤ ਇਹਦੇ ਚ ਸ਼ੱਕ ਕੋਈ ਨਹੀਂ, ਕੋਈ ਸ਼ੱਕ ਨਹੀਂ ਜੀ। 5000 ਵੀ ਲੈ ਕੇ ਜੀ ਤੇ ਫੇਰ ਵੀ ਉਹ ਵਿੱਚੋਂ ਦਲਾਲੀ ਅੱਗੇ ਮੱਝ ਮਕਾ ਲੈਣ ਜੀ, ਉਹਨਾਂ ਦਾ ਕੋਈ ਹੱਲ? ਵੀਰ ਜੀ ਇਹ ਤੇ ਬੇਮਨਾਸਬੀ ਹੈ ਨਾ ਵੀ ਇੱਕ ਮਹਿਮਾਨ ਤੋਂ ਤੁਸੀਂ ਕਿਸੇ ਕੋਲੇ ਜਾਂਦੇ ਹੋ, ਤੁਹਾਡੇ ਨਾਲ ਏਡੀ ਵੱਡੀ ਜ਼ਿਆਦਤੀ ਕਰਦਾ ਵਾ, ਇਹ ਉਹਦਾ ਹੱਕ ਨਹੀਂ ਬਣਦਾ, ਇਹ ਉਹਦੇ ਬੱਚਿਆਂ ਵਾਸਤੇ ਰਿਜ਼ਕ ਜਿਹੜਾ ਹਰਾਮ ਆ। ਦੂਸਰਾ ਆਪਣੀ ਜਿਹੜੀ ਬਾਰ ਏ, ਕਿਹੜੀ ਬਾਰ ਬੋਲਦੀ ਆਪਣੀ? ਸਾਡੀ ਨੀਲੀ ਬਾਰ ਬੋਲਦੀ ਹੈ। ਨੀਲੀ ਬਾਰ ਬੋਲਦੀ ਏ। ਇਹਨਾਂ ਦੇ ਨੀਲੀ ਬਾਰ ਦੇ ਵਿੱਚ ਤਕਰੀਬਨ ਬਾਹਰੋਂ ਜਿਹੜਾ ਮਾਲ ਲਿਆ ਕੇ ਖਿਲਾਰ ਕੇ ਵਪਾਰੀ ਵੇਚ ਲੈਂਦੇ ਨੇ ਤੇ ਪੈਸੇ ਨੀਲੀ ਦੇ ਲੈ ਲੈਂਦੇ ਨੇ ਜੀ। ਉਹਦਾ ਵੀ ਕੋਈ ਹੱਲ ਹੈ? ਉਹ ਪਛਾਣ ਉਹਦੀ ਜਿਹੜਾ ਬੰਦਾ ਮੱਝਾਂ ਲੈਣ ਚਲੋ ਠੀਕ ਹੈ। ਮੈਂ ਤੇ ਜਾਣਾ ਉੱਥੇ, ਮੈਨੂੰ ਹੁਣ ਪਤਾ ਲੱਗ ਗਿਆ, ਮੈਨੂੰ 3 ਵਾਰਾਂ ਮੇਰੇ ਨਾਲ ਹੋਇਆ ਹੈ ਕੰਮ, ਮੈਂ ਦਲਾਲੀਆਂ ਵੀ ਦਿੱਤੀਆਂ, ਮੈਨੂੰ ਪਤਾ ਵੀ ਲੱਗ ਗਿਆ ਨਾ ਮੱਝਾਂ ਬਾਹਰੋਂ ਲਿਆ ਕੇ ਆਪੀ ਖਿਲਾਰ ਕੇ ਮੈਨੂੰ ਇਹਨਾਂ ਵੇਚ ਲਈਆਂ ਨੇ। ਜਿਹੜਾ ਬੰਦਾ ਪਹਿਲੀ ਵਾਰ ਜਾਂਦਾ ਹੈ ਜੀ, ਉਹ ਸਮਝਦਾ ਕਿ ਮੈਂ ਆਪੀ ਜਾ ਕੇ ਉੱਥੋਂ ਮੱਝ ਖਰੀਦ ਕੇ ਲਿਆਵਾਂ, ਇੱਥੇ ਵਪਾਰੀਆਂ ਕੋ ਮੈਂ ਨਾ ਖਰੀਦਾਂ ਜੀ। ਉਹ ਕੀ ਹੱਲ ਕਰੇ ਇਹਦਾ? ਉਹਦਾ ਹੱਲ ਹੈ ਵੇ? ਉਹਦਾ ਹੱਲ ਹੈ ਵੀ ਉਹ ਕਿਸੇ ਦੋਸਤ ਨੂੰ, ਕਿਸੇ ਰਿਸ਼ਤੇਦਾਰ ਨੂੰ ਨਾਲ ਜਾਣ। ਉਹ ਗੱਲ ਠੀਕ ਹੈ ਤੁਹਾਡੀ, ਜਿਹੜਾ ਦੋਸਤ ਤੇ ਸਾਰਿਆਂ ਦੇ ਉੱਥੇ ਹੈ ਹੀ ਨਹੀਂ ਨਾ ਜੀ, ਹੈ ਤੇ ਸਾਰੇ ਵਪਾਰੀ ਨੇ, ਵਪਾਰੀ ਜੀ। ਉਹਨਾਂ ਕੋ ਬਚਣ ਦੀ ਮੈਨੂੰ ਗੱਲ ਦੱਸੋ। ਦੋਸਤ ਸਾਰਿਆਂ ਦੇ ਨਾਂ ਉੱਥੇ ਹੈ ਨੇ ਤੇ ਨਾ ਸਾਰਿਆਂ ਦੇ ਰਿਸ਼ਤੇਦਾਰ ਨੇ। ਉਹਨਾਂ ਤੋਂ ਬਚਣ ਵਾਸਤੇ ਫਿਰ ਉਹਨੂੰ ਕਿਸੇ ਅੱਛੇ ਮੁਖਲਸ ਦੋਸਤ ਦੀ ਜ਼ਰੂਰਤ ਹੋ ਸਕਦੀ ਆ, ਹੋਰ ਉਹ ਕੁਝ ਨਹੀਂ ਕਰ ਸਕਦਾ। ਸਹੀ ਹੋ ਗਿਆ ਇਹ ਹੁਣ। ਤੇ ਦੂਸਰੀ ਗੱਲ ਇਹ ਵੇ, ਅਸੀਂ ਉੱਥੋਂ ਮੱਝਾਂ ਲੈਣ ਜਾਂਦੇ ਆ ਜੀ, ਚਲੋ ਜ਼ਿਆਦਾ ਦੇਰ ਤੇ ਨਹੀਂ, ਕੋਈ ਥੋੜੀ ਦੇਰ, ਤੁਹਾਡੇ ਨਾਲ ਵੀ 2-3 ਸਾਲ ਹੋ ਗਏ ਨੇ ਜੀ, ਸਲਾਮ ਦੁਆਇਆ ਚੰਗੀ ਮਾੜੀ। ਇਹੀ ਨੀਲੀ ਮੱਝ ਦੀ, ਜਿਹੜੀ ਨੀਲੀ ਦੀ ਅਸਲ ਮੱਝ ਏ, ਉਹਦੀ ਪਛਾਣ ਕਿਸ ਤਰ੍ਹਾਂ ਕਰ ਸਕਨੇ ਆ ਤੁਹਾਡੇ ਇਲਾਕੇ ਚੋਂ? ਬਾਜੀ ਜਿਹੜੀ ਨੀਲੀ ਬਾਰ ਦੀ ਮੱਝ ਹੈ, ਉਹਦੀ ਪਹਿਚਾਣ ਮੱਝ ਖੁਦ ਹੀ ਕਰਾ ਲੈਂਦੀ ਹੈ। ਜੇ ਅਗਰ ਥੋੜਾ ਜਿਹਾ ਬੰਦਾ ਸਮਝਦਾਰ ਹੋਵੇ, ਮੱਝ ਨੂੰ ਅੱਛੀ ਤਰ੍ਹਾਂ ਪਹਿਚਾਣ ਸਕਦਾ ਹੋਵੇ ਤਾਂ ਨੀਲੀ ਬਾਰ ਦੀ ਮੱਝ ਜਿਹੜੀ ਆ ਤੁਹਾਨੂੰ ਖੁਦ ਹੀ ਦੱਸ ਸਕਦੀ ਆ। ਉਹਦਾ ਥਣ ਲੇਵਾ ਜਿਹੜਾ ਦੂਸਰੀਆਂ ਮੱਝਾਂ ਤੋਂ ਵੱਖਰਾ ਹੋਏਗਾ, ਸਿਰ ਮੂੰਹ ਦਾ ਵੱਖਰਾ ਹੋਏਗਾ, ਗਰਦਨ ਉਹਦੀ ਲੰਮੀ ਹੋਏਗੀ, ਇੱਕ ਹੱਡੀ ਦੀ ਹੋਏਗੀ, ਚੱਡੇ ਦੇ ਅਸਾਰ ਜਿਹੜੇ ਉਹ ਚੰਗੇ ਹੋਣਗੇ, ਬੈਕ ਸਾਈਡ ਨੂੰ ਜ਼ਿਆਦਾ ਹੋਣਗੇ, ਉਸ ਤੋਂ ਬਾਅਦ ਥਣ ਉਹਦੇ ਮੁੱਠੀ ਹੋਣਗੇ। ਇਹ ਚੀਜ਼ਾਂ ਜਿਹੜੀਆਂ ਨੀਲੀ ਬਾਰ 'ਚ ਉਹ ਜ਼ਿਆਦਾ ਪਾਈਆਂ ਜਾਂਦੀਆਂ। ਤੁਹਾਡੇ ਇਲਾਕੇ 'ਚ ਜਾ ਕੇ ਅਸੀਂ ਵਪਾਰੀਆਂ ਕੋ ਮਾਲ ਲਈਏ ਤੇ ਬਿਹਤਰ ਰਵਾਂਗੇ ਜਾਂ ਘਰ ਵਾਲੇ ਕਿਸੇ ਜੱਟ ਜ਼ਿਮੀਂਦਾਰ ਕੋ ਲਈਏ ਤੇ ਬਿਹਤਰ ਰਵਾਂਗੇ? ਜ਼ਿਆਦਾ ਬਿਹਤਰ ਤੁਸੀਂ ਜੱਟ ਜ਼ਿਮੀਂਦਾਰ ਕੋਲੋਂ ਮਾਲ ਲਓ ਤਾਂ ਜ਼ਿਆਦਾ ਬਿਹਤਰ ਰਹੋਗੇ। ਹੁਣ ਤੁਹਾਡੇ ਕੋਲ ਆਰਫ ਵਾਲਿਓ ਮਾਲ ਚੰਗੀਆਂ ਮੱਝਾਂ ਨਿਕਲਦੀਆਂ ਨੇ, ਕਬੂਲੇ ਦੀਆਂ ਚੰਗੀਆਂ ਨੇ, ਪਾਕਪਤਨ ਦੀਆਂ ਚੰਗੀਆਂ ਨੇ, ਕਿਹੜਾ ਇਲਾਕਾ ਤੁਹਾਡੇ 'ਚ ਪੈਂਦਾ ਜਿਹੜੀ ਅੱਛੀ ਮੱਝ ਨਿਕਲਦੀ? ਸਾਡੇ ਕਬੂਲੇ ਦੀ ਮੱਝ ਵੀ ਅੱਛੀ ਨਿਕਲਦੀ ਆ, ਪਾਕਪਤਨ ਦੀ ਮੱਝ ਵੀ ਅੱਛੀ ਨਿਕਲਦੀ ਆ। ਅੱਗੇ ਕੱਚੀ ਪੱਕੀ ਵਾਲੀ ਸਾਈਡ ਤੇ ਚਲੇ ਜਾਓ ਤੇ ਉਹ ਵੀ ਮੱਝ ਚੰਗੀ ਨਿਕਲਦੀ ਆ। ਸਹੀ ਜੀ। ਹੁਣ ਜੇ ਸਾਡਾ ਕੋਈ ਇਥੋਂ ਭਰਾ ਜ਼ਿਲ੍ਹਾ ਗੁਜਰਾਂਵਾਲਾ, ਸਿਆਲਕੋਟ ਜਾਂ ਗੁਜਰਾਤ ਦਾ ਜੀ ਆਪਣੇ ਆਪ ਮੱਝ ਖਰੀਦਣ ਤੁਹਾਡੇ ਕੋਲ ਆ ਜਾਂਦਾ ਠੀਕ, ਉਸ ਇਲਾਕੇ 'ਚ ਆ ਜਾਂਦਾ ਜੀ, ਉਹਨੂੰ ਦਾ ਨਾ ਲੱਗੇ, ਕੋਈ ਇਸ ਤਰ੍ਹਾਂ ਦਾ ਮੱਝ ਟੱਕੀ ਨਾ ਦਿੱਤੀ ਜਾਏ, ਜਾ ਲਾਵਾਂ ਉਹਨੂੰ ਨਾ ਦਿੱਤਾ ਜਾਏ, ਮੱਝ ਨੂੰ ਲੱਗਿਆ ਨਾ ਹੋਵੇ, ਉਹਦਾ ਕੋਈ ਹੱਲ? ਮੱਝ ਜਾ ਲਾਵੇਂ ਦੀ ਕੋਈ ਹੱਲ ਉਹਦਾ ਹੈ ਵੇ?
ਉਹ ਭਾਈ ਜੀ ਇੱਕੋ ਹੀ ਹੱਲ ਇਹ ਹੁੰਦਾ ਕਿ ਜੋ ਕਿਸੇ ਜ਼ਿਮੀਦਾਰ ਕੋਲੋਂ ਮੱਝ ਲੈ ਤੇ ਉਹਦੇ ਨਾਲ ਇਹ ਧੋਖਾ ਨਹੀਂ ਹੋਏਗਾ। ਹੁਣ ਜ਼ਿਮੀਦਾਰ ਕੋ ਨਹੀਂ ਲੈ ਸਕਦਾ, ਕਿਸ ਤਰ੍ਹਾਂ ਜਾਏਦਾ ਜ਼ਿਮੀਦਾਰ ਕੋਲ, ਇਹ ਵੀ ਤਾਂ ਵਜ੍ਹਾ ਬਣੇ ਨਾ ਭਾਜੀ। ਜਿਹੜਾ ਜਦੋਂ ਵਪਾਰੀ ਕੋਲੇ ਜਾਏਗਾ ਜ਼ਾਰੀ ਗੱਲ ਉਹ ਧੋਖਾ ਤਾਂ ਖਾਏਗਾ ਹੀ ਨਾ, ਵਪਾਰੀ ਨੇ ਤਾਂ ਉਹਨੂੰ ਆਪਣਾ ਕੰਮ ਵਿਖਾਣਾ। ਜਿਹੜੇ ਤੁਹਾਡੇ ਇਲਾਕੇ ਦੇ ਵਪਾਰੀ ਨੇ ਜੀ ਆਰਫ ਵਾਲੇ ਦੇ, ਮੇਰੇ ਨਾਲ ਤੇ ਵਰਤੀਆਂ ਨੇ ਤੇ ਮੈਂ ਤੇ ਤਾਂ ਪਿਆ ਕਰਨਾ ਜੀ, ਆਰਫ ਵਾਲੇ ਦੇ, ਕਬੂਲੇ ਦੇ ਜੀ, ਦਰਿਆ ਦੀਆਂ ਦੋਵਾਂ ਸਾਈਡਾਂ ਜਿਹੜੀਆਂ ਅੱਡਾ ਸਹੂਕਾ, ਠੀਕ ਹੈ, ਮੋਦਾ ਹਕੂਕਾ ਜੀ, ਉਧਰੋਂ ਪਰਲੀ ਸਾਈਡ ਤੇ ਹੋ ਜਾਈਏ ਮਿੰਚਨਾਬਾਦ, ਡਾਰਾਂ ਵਾਲਾ, ਚਿਸ਼ਤੀਆਂ, ਜੀ, ਠੀਕ ਹੈ। ਇਹ ਮਾਫੀ ਨਹੀਂ ਕੋਈ ਭਰਾ ਵੀ ਕਿਸੇ ਨੂੰ ਦਿੰਦਾ। ਇਹਨਾਂ ਕੋ ਬਚਣ ਵਾਸਤੇ ਕੋਈ ਮੱਝਾਂ ਵੀ ਚੰਗੀਆਂ ਲੈਣੀਆਂ ਤੇ ਇਹਨਾਂ ਤੋਂ ਵੀ ਬਚਣਾ, ਇਹ ਕੋ ਸਾਨੂੰ ਗੱਲ ਦੱਸੋ ਤੇ ਇਹ ਤੁਹਾਡੀ ਭਾਈਜਾਨ ਮਿਹਰਬਾਨੀ ਹੈ, ਸਦਕਾ ਜਾਰੀਆ ਸਮਝ ਕੇ ਅੱਲਾ ਤੇ ਅੱਲਾ ਦੇ ਹਬੀਬ ਦੇ ਸਦਕਾ ਕਰਕੇ ਇਹ ਸਾਨੂੰ ਕੋਈ ਗੱਲ ਦੱਸ ਦਿਓ। ਜਿਹੜੇ ਅਸੀਂ ਤੁਹਾਡੇ ਇਲਾਕੇ ਦੇ ਵਪਾਰੀਆਂ 2 ਨੰਬਰਾਂ ਕੋ ਬਚ ਜਾਈਏ, ਸਾਰੇ ਨਹੀਂ 2 ਨੰਬਰ ਵਿੱਚ ਸਹੀ ਵੀ ਹੈ ਨੇ, ਬਰਲ ਸਾਰੇ ਸਹੀਆਂ ਦਾ ਵੀ ਉਹਨਾਂ ਕੰਮ ਜਿਹੜਾ ਨਾ ਉਹ ਗਲਤ ਕਰ ਛੜਿਆ। ਜਿਹੜੇ ਵਿੱਚੋਂ ਦਲਾਲੀ ਲੈ ਲੈਂਦੇ ਨੇ, ਮੱਝ ਪਹਿਲਾਂ ਤੁਹਾਡੇ ਨਾਲ ਮੁਕਾ ਲਈ, ਫਿਰ ਮੈਨੂੰ ਲਿਆ ਕੇ ਤੇ ਮੇਰੇ ਕੋਲ ਮੁੱਲ ਲਵਾ ਕੇ ਤੁਹਾਡੇ ਕੋਲ ਲੈ ਲਈ 2 ਲੱਖ ਦੀ ਤੇ ਮੈਨੂੰ ਆਖਿਆ ਮੈਂ 260 ਦੀ ਲਈ ਏ। ਜੀ ਬਿਲਕੁਲ ਠੀਕ ਹੈ। ਉਹ ਕਿਸ ਤਰ੍ਹਾਂ ਅਸੀਂ ਬਚ ਸਕਦੇ ਆ, ਉਹਦਾ ਕੋਈ ਕੁਲੀਆ ਦੱਸੋ, ਉਹ ਅਕਲ ਆਪਣੀ ਇਸਤੇਮਾਲ ਕਰਨ, ਕੀ ਕਰਨ, ਇਹ ਵਜ੍ਹਾ ਦੱਸੋ ਭਾਈਜਾਨ। ਅਗਰ ਤੁਹਾਨੂੰ ਕਹਿੰਦਾ ਵੀ ਮੈਂ ਮੱਝ 260 ਦੀ ਲਈ ਆ, ਤੁਹਾਡੇ ਦਿਲ ਨੂੰ ਮੱਝ ਨਹੀਂ ਚੰਗੀ ਲੱਗਦੀ, ਵੀ ਮੱਝ ਤੁਹਾਨੂੰ ਦੱਸਦੀ ਵੀ ਮੈਂ 2 ਲੱਖ ਦੀ, ਉਹ 260 ਦੀ ਕਹਿ ਰਿਹਾ ਵਾ, ਤੁਸੀਂ ਉਹਨੂੰ ਬਿਲਕੁਲ ਮੱਝ ਨੂੰ ਨਾ ਲਵੋ। ਤੁਸੀਂ ਆਪਣੀ ਅਕਲ ਦਾ ਇਸਤੇਮਾਲ ਕਰੋ, ਜਿੰਨੇ ਦਾ ਤੁਹਾਨੂੰ ਚੰਗੀ ਲੱਗਦੀ ਹੈ, ਆਪਣੇ ਦਿਲ ਨੂੰ ਚੰਗੀ ਲੱਗਦੀ ਹੈ। ਮੇਰੇ ਤੇਰੇ ਕਹਿਣ ਤੇ ਤੁਸੀਂ ਉਹ ਡੰਗਰ ਨਾ ਖਰੀਦ ਕਰੋ। ਫਰਜ਼ ਕੀਤਾ ਤੁਹਾਨੂੰ ਇਸ ਚੀਜ਼ ਤੇ ਡਾਊਟ ਹੁੰਦਾ ਵਾ ਵੀ ਯਾਰ ਇਹਨੇ ਮੱਝ ਪਹਿਲੇ ਖਰੀਦ ਕੇ ਬੱਧੀ ਆ, ਤੁਸੀਂ ਲਿਆਜ਼ਾ ਉਸ ਮੱਝ ਨੂੰ ਖਰੀਦੋ ਹੀ ਨਾ। ਜਿਹੜੇ ਭਰਾ ਜਿਹੜੇ ਚੈਨਲ पे ਚਲਾਉਂਦੇ ਨੇ ਜੀ ਤੁਹਾਡੇ ਇਲਾਕੇ 'ਚ, ਹਾਂਜੀ, ਮਾਲਕ ਦਾ ਨੰਬਰ ਹੀ ਨਹੀਂ ਦਿੰਦੇ ਜੀ, ਠੀਕ ਹੈ। ਦੂਸਰੇ ਨੰਬਰ ਤੇ ਉਹਨਾਂ ਮਾਲਕ ਨਾਲ ਪਹਿਲਾਂ ਹੀ ਮੱਝ ਮਕਾਈ ਹੁੰਦੀ ਏ ਜੀ, ਵਿੱਚੋਂ ਪੈਸੇ ਲੈਂਦੇ ਨੇ ਪਿਓ, ਉਹਨਾਂ ਦਾ ਕੋਈ ਹੱਲ ਹੈ ਭਾਜੀ? ਉਹਦਾ ਹੱਲ ਇਹ ਹੀ ਆ ਵੀ ਜਦੋਂ ਤੁਸੀਂ ਮੱਝ ਚੈਨਲ ਤੇ ਤੁਸੀਂ ਲੈਨੇ ਆ, ਤੁਸੀਂ ਉੱਥੇ ਜਾਂਦੇ ਆ, ਉਦੋਂ ਉਹਨੂੰ ਖੁਦ ਪੁੱਛੋ ਵੀ ਭਾਈ ਜਾਨ ਮੱਝ ਤੁਸੀਂ ਕਿੰਨੇ ਦੀ ਵੇਚੀ, ਇਹਦਾ ਕੀ ਤਰੀਕਾ ਕਾਰ ਹੈ, ਇਹਦੀ ਦੁੱਧ ਦੀ ਰੇਸ਼ੋ ਕੀ ਆ, ਇਹ ਕੀ ਹਿਸਾਬ ਕਿਤਾਬ ਆ, ਤੇ ਉਹ ਤੁਹਾਨੂੰ ਖੁਦ ਹੀ ਇਸ ਚੀਜ਼ ਦਾ ਪਤਾ ਚੱਲ ਜਾਏਗਾ। ਦੂਸਰਾ ਇਹ ਗੱਲ ਹੈ ਕਿ ਜਿਹੜਾ ਦੁੱਧ ਦਾ ਉਹਨਾਂ ਪਤਾ ਕਰਨਾ ਹੈ, ਮਾਲ ਜਿਹੜਾ ਤੁਸੀਂ YouTube ਤੇ ਚਾੜਦੇ ਹੋ, ਚੈਨਲ ਤੇ ਚਲਾਉਂਦੇ ਹੋ ਜੀ, ਉਹਨੂੰ ਆ ਕੇ ਆਪੇ ਬੰਦਾ ਚੈੱਕ ਕਰੇ ਜੀ, ਉਹ ਬਿਹਤਰ ਹੈ ਜਾਂ ਫੋਨ ਤੇ ਮੰਗਾ ਲੇ ਤੇ ਉਹ ਬਿਹਤਰ ਹੈ? ਨਹੀਂ, ਬਿਹਤਰ ਆ ਵੀ ਉਹਨੂੰ ਆਪ ਜਾ ਕੇ ਚੋਏ 2 ਟਾਈਮ, ਚੋਣ ਤੋਂ ਬਾਅਦ ਜਿਹੜਾ ਉਹਨੂੰ ਪਾਸ ਕਰਕੇ ਫਿਰ ਲੈ ਕੇ ਆਏ। ਮੱਝ ਸਾਨੂੰ ਤੁਹਾਡੇ ਇਲਾਕੇ 'ਚ ਜਿਹੜਾ ਸਾਰਿਆਂ ਤੋਂ ਮੇਨ ਕੰਮ ਹੈ ਉਹ ਦੱਸੋ। ਤੁਹਾਡੇ ਇਲਾਕੇ 'ਚ ਸਾਨੂੰ ਮੱਝ ਗੱਭਣ ਲੈਣੀ ਚਾਹੀਦੀ ਹੈ ਜਾਂ ਸੂਈ ਲੈਣੀ ਚਾਹੀਦੀ ਹੈ? ਜੇ ਤਾਂ ਅਗਰ ਇਸ ਦੌਰ ਤੋਂ ਬਚਣਾ ਵਾ ਵੀ ਉਹਨੂੰ ਬੱਚਾ ਨਾ ਲੱਗਾ ਹੋਏ, ਉਹਨੂੰ ਡੱਕਾ ਨਾ ਲੱਗਾ ਹੋਏ, ਫਿਰ ਦੇਖ ਕੇ ਮੱਝ ਸਾਫ ਸੁਥਰੀ ਜਿਹੜੀ ਉਹ ਤੁਸੀਂ ਗੱਭਣ ਵੀ ਖਰੀਦ ਸਕਦੇ ਆ, ਉਹਦੇ ਵਿੱਚ ਡਾਊਟ ਨਹੀਂ ਹੋ ਸਕਦਾ। ਠੀਕ ਹੋ ਗਿਆ। ਤੇ ਹੁਣ ਇਹ ਗੱਲ ਹੈ ਪਹਿਲਾਂ ਝੋਟੀ ਜਿਹੜੀ ਹੈ ਜੀ, ਉਹਦੇ 'ਚ ਦਾ ਨਹੀਂ ਲੱਗ ਸਕਦਾ ਗੱਭਣ ਦਾ ਜੀ, ਠੀਕ ਹੈ। ਉਹ ਅੱਲਾਹ ਪਾਕ ਦੇ ਕੰਮ ਨੇ, ਗੱਭਣ ਲੈ ਲਈਏ, ਉਹਨੂੰ ਪਾਸ ਕਰੀਏ ਜਾਂ ਨਾ ਕਰੀਏ, ਉਹਦਾ ਨਾ ਕੋਈ ਥਣ ਬਣਿਆ ਹੋਣਾ ਹੈ, ਅੱਲਾਹ ਵੱਲੋਂ ਹੀ ਗੱਲ, ਅੱਲਾਹ ਵੱਲੋਂ ਹੋਣਾ ਜੀ। ਬਿਲਕੁਲ। ਜਿਹੜੀ ਦੂਸਰੇ ਸੂਏ ਮੱਝ ਸੁੰਦੀ ਏ, ਉਹ ਅਸੀਂ ਗੱਭਣ ਖਰੀਦਣਾ ਚਾਹੁੰਦੇ ਆ ਜੀ, ਉਹਦੇ ਥਣ ਬਣੇ ਨੇ, ਬੰਦੇ ਨੂੰ ਨਹੀਂ ਪਤਾ, ਬੰਦਾ ਨਾੜੀ ਏ ਜੀ, ਉਹ ਵਪਾਰੀ ਨਹੀਂ ਹੈ ਜੀ, ਉਹਦਾ ਕਿਸ ਤਰ੍ਹਾਂ ਹੱਲ ਕਰੇਦਾ ਕਿ ਮੈਂ ਇਹਦਾ ਪਤਾ ਕਰਾਂ, ਮੱਝ ਵੀ ਚੰਗੀ ਏ, ਲੈਣੀ ਵੀ ਉਹਨੇ ਗੱਭਣ ਹੈ, ਦਾ ਤੋਂ ਬਚਣਾ ਚਾਹੁੰਦਾ, ਇਹਨੂੰ ਬੱਚਾ ਨਾ ਲੱਗੇ ਆਵੇ, ਉਹਦੇ ਥਣਾ ਦਾ ਕਿਸ ਤਰ੍ਹਾਂ ਪਤਾ ਕਰ ਸਕਦਾ, ਕੀ ਹਿਸਾਬ ਹੈ ਉਹਦਾ? ਜਦੋਂ ਮੱਝ ਖਰੀਦ ਲੈਂਦਾ ਵਾ, ਖਰੀਦਣ ਤੋਂ ਬਾਅਦ ਉਹਨੂੰ ਢੰਗਾ ਲਾਏ, ਉਹਦੇ ਚਾਰੇ ਥਣ ਜਿਹੜੇ ਉਹ ਚੈੱਕ ਕਰੇ, ਉਹਨਾਂ ਦੇ ਅੱਗੋਂ ਬੁੱਬੀਆਂ ਜਿਹੜੀਆਂ ਉਹ ਚੈੱਕ ਕਰੇ ਵੀ ਇਹਨਾਂ ਨੂੰ ਕੋਈ ਵਰਮਾ ਜਾਂ ਕੋਈ ਇਹਦੇ ਅੱਗੇ ਬਲੇਡ ਵਗੈਰਾ ਦਾ ਇਸਤੇਮਾਲ ਤਾਂ ਨਹੀਂ ਹੋਇਆ, ਤਾਂ ਇਨਸ਼ਾਅੱਲਾ ਉਹ ਧੋਖੇ ਤੋਂ ਬਚ ਜਾਏਗਾ। ਅਗਰ ਉਹਨਾਂ 4 ਥਣਾ ਦਾ ਮੂੰਹ ਇੱਕ ਆ ਤਾਂ ਸਮਝ ਲਓ ਵੀ ਉਹ ਠੀਕ ਹੈ, ਅਗਰ ਉਹਨਾਂ 4 ਥਣਾ ਦਾ ਮੂੰਹ ਆਪੋ ਮੁਖਤਲਿਫ ਆ ਤੇ ਫਿਰ ਸਮਝ ਲਓ ਵੀ ਉਹਨਾਂ ਵਿੱਚ ਮਸਲਾ ਹੋਇਆ ਵਾ। ਅਗਰ ਉਹਨਾਂ ਦੇ ਥਣਾ ਦੇ ਵਿੱਚੋਂ ਜਿਹੜਾ ਨਾਰਵਾ ਕੱਢੀਦਾ ਜਾਂ ਦੁੱਧ ਪਹਿਲਾਂ ਨਿਕਲਦੀ ਏ, ਠੀਕ ਹੈ, ਉਹਦਾ ਰੰਗ ਕੀ ਹੋਣਾ ਚਾਹੀਦਾ, ਉਹਦਾ ਕੀ ਹਿਸਾਬ ਹੋਣਾ ਚਾਹੀਦਾ? ਇਹਨੂੰ ਮੇਰਾ ਕਹਿਣ ਦਾ ਮਕਸਦ ਇਹ ਵੀ ਉਹਨਾਂ 4 ਥਣਾ ਦਾ ਜਿਹੜਾ ਨਾਰਾ ਦਾ ਜਾਂ ਬੋਲਾ ਉਹ ਇੱਕ ਜੈਸਾ ਹੋਣਾ ਚਾਹੀਦਾ। ਫਰਜ਼ ਕੀਤਾ 3 ਚੋਂ ਬੋਲਾ ਆਂਦਾ, ਇੱਕ ਚੋਂ ਕੱਚੀ ਲੱਸੀ ਆਂਦੀ, ਪਾਣੀ ਆਂਦਾ ਵਾ, ਤੇ ਬਿਲਕੁਲ ਉਹਨੂੰ ਨਹੀਂ ਲੈਣਾ ਚਾਹੀਦਾ। ਅਗਰ ਉਹ ਨਾਰਵਾ ਰੰਗ ਇੱਕ ਦਾ ਹੀ, ਇੱਕ ਥਣ ਦਾ ਪਤਲਾ, ਇੱਕ ਥਣ ਦਾ ਸੰਘਣਾ ਹੈ ਜੀ, ਠੀਕ ਹੈ, ਫਿਰ ਦੂਸਰੇ ਥਣ ਦਾ ਜਿਹੜਾ ਨਾ ਸੰਘਣਾ, ਇੱਕ ਥਣ ਦਾ ਪਤਲਾ, ਇਹਦਾ ਕੀ ਹਿਸਾਬ ਹੋਣਾ ਚਾਹੀਦਾ? ਸੰਘਣੇ ਪਤਲੇ ਦਾ ਕੋਈ ਰੌਲਾ ਨਹੀਂ, ਰੰਗ ਇੱਕ ਹੋਣਾ ਚਾਹੀਦਾ ਵਾ, ਉਹ ਕੋਈ ਮਸਲਾ ਨਹੀਂ ਵੀ ਇੱਕ ਚੋਂ ਮੋਟਾ ਆ ਰਿਹਾ, ਇੱਕ ਚੋਂ ਪਤਲਾ ਆ ਰਿਹਾ ਵਾ, ਉਹ ਕੋਈ ਗੱਲ ਨਹੀਂ। ਉਹ ਡੰਗਰ ਪਹਿਲੇ ਛੱਡਣ ਨਾਲ ਜਾਂ ਪਹਿਲੇ ਵਿੱਚ ਡੋਕੇ ਰਹਿਣ ਨਾਲ ਵੀ ਜਾਣੀ ਕਿ ਇਹ ਕੰਮ ਹੋ ਜਾਂਦਾ ਵਾ। ਲੋ ਜੀ ਭਾਈ ਬੂਟਾ ਜੀ, ਤੁਹਾਡੀ ਮਿਹਰਬਾਨੀ, ਠੀਕ ਹੈ, ਸ਼ੁਕਰੀਆ ਤੁਹਾਡਾ। ਇਹ ਜੇ ਕਿਸੇ ਭਰਾ ਨੇ ਵੀਡੀਓ ਵੇਖੀ ਤੇ ਸਾਡੇ ਵੱਲੋਂ ਨੂੰ ਇੱਕ ਤੋਹਫਾ ਹੀ ਏ, ਇਹ ਕੰਮ ਚੈੱਕ ਕਰ ਲੈਦਾ। ਅਗਰ ਨੀਲੀ ਬਾਰ ਚੋਂ ਮੱਝ ਲੈਣ ਜਾਂਦਾ ਹੈ, ਮੇਰਾ ਭਰਾ ਉੱਥੋਂ ਜਾ ਲੱਗੇ ਆ
ठीक है, ਇਹਦੀ ਕੋਸ਼ਿਸ਼ ਕਰਨੀ ਹੈ ਬਚਣ ਦੀ। ਥਣ ਬਣੇ ਮੱਝ ਦੂਸਰੇ ਸੂਏ ਮੱਝ ਗੱਭਣ ਲੈਣੀ ਹੈ, ਥਣ ਬਣੇ ਦੀ ਕੋਸ਼ਿਸ਼ ਕਰਨੀ ਹੈ ਕਿ ਉਹਨੂੰ ਨਾ ਲੱਗੇ ਆਵੇ ਜਾ। ਠੀਕ ਹੈ, ਤੇ ਅੱਲਾਹ ਪਾਕ ਤੁਹਾਨੂੰ ਜ਼ਿੰਦਗੀ ਦੇ, ਤੇ ਭਾਈ ਬੂਟਾ ਸਾਹਿਬ ਨੂੰ ਤੇ ਭਾਈ ਚੈਨਲ ਵਾਲਿਆਂ ਨੂੰ ਵੀ ਜਿਨ੍ਹਾਂ ਜਿਨ੍ਹਾਂ ਇਹ ਮੂਵੀ ਬਣਾਈ ਹੈ ਚਲਾਣ। ਅੱਲਾਹ ਪਾਕ ਇਹਨਾਂ ਦਾ ਸਦਕਾ ਜਾਰੀਆ ਕਬੂਲ ਕਰੇ।